ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਆਨੰਦਪੁਰ ਸਾਹਿਬ ਦੀ ਧਰਤੀ ਤੋਂ ਚੱਲ ਕੇ ਕੀਰਤਪੁਰ ਸਾਹਿਬ ਦੀ ਧਰਤੀ ਤੇ ਪਹੁੰਚੇ। ਇੱਥੋਂ ਹੁੰਦੇ ਹੋਏ ਪਟਿਆਲੇ ਦੀ ਧਰਤੀ ਤੇ ਪਹੁੰਚੇ ਔਰ ਇੱਥੋਂ ਚੱਲਦੇ ਹੋਏ ਸਤਿਗੁਰੂ ਗਰੀਬ ਨਿਵਾਜ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਆਗਰੇ ਦੀ ਧਰਤੀ ਤੇ ਪਹੁੰਚੇ, ਜਿੱਥੋਂ ਸਤਿਗੁਰਾਂ ਨੇ ਗ੍ਰਿਫਤਾਰੀ ਦਿੱਤੀ ਹੈ ਤੇ ਸਤਿਗੁਰਾਂ ਨੂੰ ਗ੍ਰਿਫਤਾਰ ਕਰਕੇ ਦਿੱਲੀ ਦੇ ਵਿੱਚ ਪਹੁੰਚਾਇਆ ਗਿਆ ਔਰ ਇੱਕ ਡਰਾਵਣੀ ਹਵੇਲੀ ਦੇ ਵਿੱਚ ਸਤਿਗੁਰਾਂ ਨੂੰ ਔਰ ਗੁਰਸਿੱਖਾਂ ਨੂੰ ਰੱਖਿਆ ਗਿਆ। ਇਤਿਹਾਸ ਦੇ ਅੰਦਰ ਜ਼ਿਕਰ ਆਉਂਦਾ ਹੈ ਕਿ ਭਾਈ ਉਦੇ ਜੀ ਔਰ ਭਾਈ ਗੁਰਦਿੱਤਾ ਜੀ ਸਤਿਗੁਰਾਂ ਤੋਂ ਪਹਿਲਾਂ ਹੀ ਵੱਖ ਹੋ ਗਏ ਸਨ ਔਰ ਸਤਿਗੁਰਾਂ ਦੇ ਨਾਲ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ, ਕਈ ਦਿਨ ਉਹਨਾਂ ਨੂੰ ਭੁੱਖੇ ਰੱਖਿਆ ਗਿਆ ਔਰ ਫਿਰ ਇੱਕ ਦਿਨ ਸਤਿਗੁਰਾਂ ਨੂੰ ਪਿੰਜਰੇ ਦੇ ਵਿੱਚ ਕੈਦ ਕੀਤਾ ਗਿਆ। ਪਿੰਜਰਾ ਐਸਾ ਬਣਿਆ ਹੋਇਆ ਸੀ ਜਿਹਦੇ ਵਿੱਚ ਹਰ ਪਾਸੇ ਸੀਖਾਂ ਲੱਗੀਆਂ ਹੋਈਆਂ ਸਨ, ਤਿੱਖੀਆਂ। ਸਤਿਗੁਰਾਂ ਦੇ ਕੋਲ ਨਾ ਚੰਗੀ ਤਰ੍ਹਾਂ ਬੈਠਾ ਜਾਂਦਾ ਸੀ, ਨਾ ਖੜੇ ਹੋਇਆ ਜਾਂਦਾ ਸੀ, ਨਾ ਪਾਸਾ ਬਦਲਿਆ ਜਾਂਦਾ ਸੀ। ਇਹਨੇ ਤਸੀਹੇ ਦਿੱਤੇ ਜਾ ਰਹੇ ਸਨ ਔਰ ਫਿਰ 1675 10 ਨਵੰਬਰ ਨੂੰ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਔਰ ਤਿੰਨਾਂ ਸਿੱਖਾਂ ਨੂੰ ਚਾਂਦਨੀ ਚੌਂਕ ਦੇ ਵਿੱਚ ਲਿਆਂਦਾ ਗਿਆ ਔਰ ਚਾਂਦਨੀ ਚੌਂਕ ਦੇ ਵਿੱਚ ਜਦੋਂ ਆਏ, ਸਤਿਗੁਰਾਂ ਦੇ ਸਾਹਮਣੇ ਤਿੰਨੇ ਗੁਰਸਿੱਖ ਖੜੇ ਸਨ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ, ਭਾਈ ਦਿਆਲਾ ਜੀ ਔਰ ਜਲਾਦ ਜਿਹੜਾ ਸੀ ਔਰ ਕਾਜੀ ਜਿਹੜਾ ਸੀ ਭਾਈ ਸਾਹਿਬ ਭਾਈ ਮਤੀ ਦਾਸ ਦੇ ਸਾਹਮਣੇ ਆਇਆ। ਆ ਕੇ ਕਹਿਣ ਲੱਗਾ, ਤੁਸੀਂ ਆਪਣੇ ਆਪ ਨੂੰ ਗੁਰੂ ਦੇ ਸਿੱਖ ਸਮਝਦੇ ਹੋ ਔਰ ਅੱਜ ਤੁਹਾਡੇ ਕੋਲ ਬੜਾ ਸੋਹਣਾ ਮੌਕਾ ਹੈ। ਅਗਰ ਜੇ ਤੁਸੀਂ ਦੀਨ ਕਬੂਲ ਕਰ ਲਵੋ, ਲੰਮੀਆਂ ਜ਼ਿੰਦਗੀਆਂ ਭੋਗੋਗੇ, ਤੁਹਾਨੂੰ ਸੁੱਖ ਪ੍ਰਾਪਤ ਹੋਵੇਗਾ। ਅਗਰ ਗੁਰੂ ਦਾ ਪੱਖ ਰੱਖੋਗੇ ਤੇ ਤੁਹਾਨੂੰ ਬਹੁਤ ਵੱਡੀਆਂ ਸਜ਼ਾਵਾਂ ਜਿਹੜੀਆਂ ਨੇ ਉਹ ਦਿੱਤੀਆਂ ਜਾਣਗੀਆਂ। ਜਦੋਂ ਸਤਿਗੁਰਾਂ ਦੇ ਵੱਲੇ ਭਾਈ ਮਤੀ ਦਾਸ ਜੀ ਨੇ ਵੇਖਿਆ ਪਿੰਜਰੇ ਦੇ ਵਿੱਚ ਸਤਿਗੁਰਾਂ ਨੂੰ ਕੈਦ ਕੀਤਾ ਹੋਇਆ ਹੈ ਔਰ ਭਾਈ ਮਤੀ ਦਾਸ ਜੀ ਸੁਭਾਵਕ ਕਹਿ ਦਿੱਤਾ, ਸੱਚੇ ਪਾਤਸ਼ਾਹ ਜੇ ਕਿਤੇ ਤੁਹਾਡਾ ਹੁਕਮ ਹੋ ਜਾਵੇ ਨਾ, ਮੈਂ ਤੇ ਦਿੱਲੀ ਤੇ ਲਾਹੌਰ ਦੀ ਇੱਟ ਨਾਲ ਇੱਟ ਖੜਕਾ ਦੇਵਾਂ। ਸਤਿਗੁਰੂ ਮੁਸਕਰਾਏ, ਕਹਿਣ ਲੱਗੇ, ਮਤੀ ਦਾਸ ਜੀ, ਕਰਾਮਾਤ ਵਿਖਾਉਣੀ ਕਹਿਰ ਦਾ ਨਾਮ ਹੈ, ਆਪਾਂ ਕਰਾਮਾਤ ਨਹੀਂ ਵਿਖਾਉਣ ਵਾਸਤੇ ਆਏ। ਸਤਿਗੁਰਾਂ ਨੇ ਇਉਂ ਕਿਹਾ, ਜਲਾਦਾਂ ਨੇ ਸੁਣਿਆ ਔਰ ਕਾਜੀ ਨੇ ਸੁਣਿਆ। ਕਹਿਣ ਲੱਗਾ, ਕਰਾਮਾਤ ਵਿਖਾਓ ਔਰ ਤੁਹਾਡਾ ਜੀਵਨ ਬਖਸ਼ਿਆ ਜਾ ਸਕਦਾ ਹੈ। ਇਸਲਾਮ ਕਬੂਲ ਕਰ ਲਵੋ, ਤੁਹਾਡਾ ਜੀਵਨ ਬਖਸ਼ਿਆ ਜਾ ਸਕਦਾ ਹੈ, ਨਹੀਂ ਤਾਂ ਤੁਹਾਡੇ ਸਾਹਮਣੇ ਮੌਤ ਹੈ, ਤੁਹਾਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਏਗਾ। ਭਾਈ ਮਤੀ ਦਾਸ ਜੀ ਕਹਿਣ ਲੱਗੇ, ਐ ਜਲਾਦਾ, ਐ ਕਾਜੀ, ਤੁਸੀਂ ਜੋ ਕੁਝ ਕਰਨਾ ਕਰੋ, ਮੈਂ ਆਪਣੇ ਗੁਰੂ ਦੇ ਅਧੀਨ ਹੋ ਕੇ ਗੁਰੂ ਦੇ ਉਪਦੇਸ਼ ਅਨੁਸਾਰ ਹੀ ਚੱਲਾਂਗਾ। ਜਲਾਦ ਕਹਿਣ ਲੱਗਾ, ਕਾਜੀ ਕਹਿਣ ਲੱਗਾ, ਤੁਹਾਨੂੰ ਦੀਨ ਕਬੂਲ ਹੈ? ਭਾਈ ਮਤੀ ਦਾਸ ਜੀ ਕਹਿੰਦੇ, ਬਿਲਕੁਲ ਨਹੀਂ, ਸਾਨੂੰ ਸਤਿਗੁਰੂ ਜੀ ਦੇ ਚਰਨ ਪਿਆਰੇ ਨੇ, ਕਿਉਂਕਿ ਅਸੀਂ ਉਹ ਗੁਰਬਾਣੀ ਪੜ੍ਹੀ ਹੈ ਜਿਹਦੇ ਅੰਦਰ ਸਤਿਗੁਰਾਂ ਨੇ ਸਾਨੂੰ ਬਖਸ਼ਿਸ਼ ਕੀਤੀ ਹੈ। ਜਿਸ ਪਿਆਰੇ ਸਿਉ ਨੇ ਤਿਸ ਆਗੇ ਮਰ ਚਲੀਐ, ਤ੍ਰਿਗ ਜੀਵਨ ਸੰਸਾਰ ਤਾਕੇ ਪਾਛੇ ਜੀਵਨ। ਅਸੀਂ ਗੁਰੂ ਤੋਂ ਕੁਰਬਾਨ ਹੋਣ ਦੀ ਸਮਰੱਥਾ ਰੱਖਦੇ ਹਾਂ। ਔਰ ਜਲਾਦ ਨੇ ਕਿਹਾ, ਉਹ ਸਾਹਮਣੇ ਵੇਖ ਮਤੀ ਦਾਸਾ, ਆਰੇ ਦੇ ਦੰਦੇ ਤਿੱਖੇ ਕੀਤੇ ਜਾ ਰਹੇ ਨੇ
ਔਰ ਇਸ ਆਰੇ ਦੇ ਨਾਲ ਤੈਨੂੰ ਚੀਰ ਦਿੱਤਾ ਜਾਏਗਾ। ਦੁਨੀਆ ਦੇ ਵਿੱਚ ਆਪਾਂ ਵੇਖਿਆ ਹੋਵੇਗਾ, ਲੱਕੜਾਂ ਆਰਿਆਂ ਨਾਲ ਤਾਂ ਚਰੀਂਦੀਆਂ, ਅੱਜ ਪਹਿਲੀ ਵਾਰ ਸੀ ਕਿਸੇ ਸਰੀਰਕ ਮਨੁੱਖੇ ਤਨ ਨੂੰ ਆਰੇ ਨਾਲ ਚੀਰਿਆ ਜਾਣ ਦੀ ਧਮਕੀ ਦਿੱਤੀ ਜਾ ਰਹੀ ਹੈ। ਉਹ ਜਲਾਦ ਆਰਾ ਤਿੱਖਾ ਕਰ ਰਿਹਾ ਹੈ, ਤੈਨੂੰ ਆਰੇ ਨਾਲ ਚੀਰ ਦਿੱਤਾ ਜਾਏਗਾ। ਭਾਈ ਮਤੀ ਦਾਸ ਜੀ ਮੋੜ ਕੇ ਜਵਾਬ ਦਿੱਤਾ, ਸਾਨੂੰ ਆਰਿਆਂ ਦਾ ਡਰ ਨਹੀਂ, ਸਾਨੂੰ ਗੁਰੂ ਦੇ ਚਰਨ ਪਿਆਰੇ ਨੇ, ਗੁਰੂ ਦੀ ਸਿੱਖੀ ਪਿਆਰੀ ਹੈ। ਜਲਾਦ ਨੇ ਆਰਾ ਲਿਆਂਦਾ, ਭਾਈ ਮਤੀ ਦਾਸ ਜੀ ਨੂੰ ਫੱਟਿਆਂ ਦੇ ਉੱਤੇ ਬੰਨ੍ਹ ਦਿੱਤਾ ਗਿਆ ਔਰ ਜਲਾਦ ਨੇ ਆਰਾ ਜਿਹੜਾ ਸੀ ਉਹ ਸਿਰ ਦੇ ਉੱਤੇ ਰੱਖਣ ਲੱਗਿਆਂ ਪੁੱਛਿਆ, ਮਤੀ ਦਾਸਾ, ਜ਼ਿੰਦਗੀ ਵਾਰ-ਵਾਰ ਨਹੀਂ ਮਿਲਣੀ, ਤੂੰ ਅਜੇ ਵੀ ਦੀਨ ਇਸਲਾਮ ਕਬੂਲ ਕਰ ਲੈ, ਤੇਰੀ ਜ਼ਿੰਦਗੀ ਬਖਸ਼ ਦਿੱਤੀ ਜਾਏਗੀ। ਭਾਈ ਮਤੀ ਦਾਸ ਜੀ ਨੇ ਜਵਾਬ ਦਿੱਤਾ, ਐ ਜਲਾਦਾ, ਜ਼ਿੰਦਗੀ ਤਾਂ ਕਈ ਵਾਰ ਮਿਲੀ ਹੋਏਗੀ, ਆ ਗੁਰੂ ਦਾ ਪਿਆਰ ਜਿਹੜਾ ਹੈ ਉਹ ਵਾਰ-ਵਾਰ ਮਿਲਣ ਵਾਲਾ ਨਹੀਂ ਹੈ। ਇਸ ਕਰਕੇ ਸਾਨੂੰ ਸਿੱਖੀ ਪਿਆਰੀ ਹੈ। ਧਨ ਦੌਲਤ ਅਨੇਕਾਂ ਤਰ੍ਹਾਂ ਦੇ ਅਹੁਦਿਆਂ ਦੇ ਲਾਲਚ ਦਿੱਤੇ, ਭਾਈ ਮਤੀ ਦਾਸ ਜੀ ਨੇ ਇਨਕਾਰ ਕੀਤਾ। ਜਲਾਦ ਨੇ ਭਾਈ ਮਤੀ ਦਾਸ ਜੀ ਦੀ ਦਸਤਾਰ ਨੂੰ ਉਤਾਰਿਆ, ਸੀਸ ਦੇ ਉੱਤੇ ਰੱਖ ਕੇ ਤੇ ਆਰਾ ਖਿੱਚਣ ਲੱਗੇ। ਖਿੱਚਿਆ ਆਰਾ, ਦੰਦੇ ਖੁੱਭ ਗਏ। ਭਾਈ ਮਤੀ ਦਾਸ ਜੀ ਦੇ ਸਿਰ ਦੇ ਉੱਤੇ ਖੂਨ ਦੇ ਫੁਹਾਰੇ ਚੱਲ ਪਏ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਚਾਂਦਨੀ ਚੌਂਕ ਦੇ ਵਿੱਚ ਇਹ ਅਲੌਕਿਕ ਦ੍ਰਿਸ਼ ਜਿਹੜਾ ਸੀ ਉਹ ਵੇਖ ਰਹੇ ਸਨ। ਭਾਈ ਮਤੀ ਦਾਸ ਜੀ ਦੇ ਸੀਸ ਦੇ ਉੱਤੇ ਆਰਾ ਚਲਾਇਆ, ਚੱਲਦਾ ਗਿਆ ਆਰਾ। ਭਾਈ ਮਤੀ ਦਾਸ ਜੀ ਦਾ ਜਵਾਬ ਸੀ ਕਿ ਮੇਰਾ ਮੂੰਹ ਜਿਹੜਾ ਗੁਰੂ ਪਿੰਜਰੇ ਦੇ ਵੱਲ ਹੋਵੇ, ਮੈਨੂੰ ਤੁਹਾਡੇ ਆਰਿਆਂ ਦਾ ਕੋਈ ਡਰ ਨਹੀਂ। ਉਸ ਪਿਆਰੇ, ਉਸ ਵਾਹਿਗੁਰੂ ਜੀ ਦੇ ਦਰਸ਼ਨ ਕਰਦਿਆਂ ਹੋਇਆਂ ਮੈਂ ਸੱਚਖੰਡ ਨੂੰ ਜਾਵਾਂ। ਭਾਈ ਮਤੀ ਦਾਸ ਜੀ ਦਾ ਪਵਿੱਤਰ ਸਰੀਰ ਆਰੇ ਦੇ ਨਾਲ ਦੋ ਫਾੜ ਕੀਤਾ ਗਿਆ। ਜਲਾਦ ਆਰਾ ਖਿੱਚ ਰਹੇ ਸਨ। ਭਾਈ ਮਤੀ ਦਾਸ ਜੀ ਜਪਜੀ ਸਾਹਿਬ ਦਾ ਜਾਪ ਕਰ ਰਹੇ ਸਨ। ਸਮਾਂ ਲੱਗਦਿਆਂ ਭਾਈ ਮਤੀ ਦਾਸ ਜੀ ਦਾ ਸਰੀਰ ਆਰੇ ਦੇ ਨਾਲ ਦੋ ਫਾੜ ਹੋ ਗਿਆ। ਤੇ ਇਤਿਹਾਸ ਲਿਖਦਾ ਹੈ ਕਿ ਦੋਵਾਂ ਪਿਆਂ ਸਰੀਰ ਦੇ ਫਾੜਿਆਂ ਦੇ ਵਿੱਚੋਂ ਇਕੱਠੀ ਆਵਾਜ਼ ਆਈ, ਪਵਨ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹੱਤ, ਜਿਨੀ ਨਾਮ ਧਿਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਇਧਰ ਭਾਈ ਮਤੀ ਦਾਸ ਜੀ ਦੇ ਸਰੀਰ ਦੇ ਦੋ ਹਿੱਸੇ, ਇੱਕ ਉਧਰ ਡਿੱਗ ਪਿਆ, ਇੱਕ ਉਧਰ ਧਰਤੀ ਤੇ ਡਿੱਗ ਪਿਆ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਮੁਖਾਰ ਬਿੰਦ ਚੋਂ ਫਰਮਾਇਆ, ਧੰਨ ਸਿੱਖੀ ਹੈ, ਧੰਨ ਸਿੱਖੀ ਹੈ, ਐ ਮਤੀ ਦਾਸ ਤੇਰੀ ਧੰਨ ਸਿੱਖੀ ਹੈ। ਉਧਰ ਜਲਾਦ ਦੁਬਾਰਾ ਫਿਰ ਭਾਈ ਸਤੀ ਦਾਸ ਜੀ ਦੇ ਵੱਲ ਹੋਏ ਨੇ। ਭਾਈ ਸਤੀ ਦਾਸ ਜੀ ਦੇ ਨਾਲ ਵੀ ਉਹੀ ਸਵਾਲ ਜਵਾਬ। ਜਲਾਦ ਕਹਿਣ ਲੱਗਾ, ਕਾਜੀ ਕਹਿਣ ਲੱਗਾ, ਤੂੰ ਇਸਲਾਮ ਕਬੂਲ ਕਰ ਲੈ, ਤੇਰੀ ਜ਼ਿੰਦਗੀ ਬਖਸ਼ੀ ਜਾਏਗੀ। ਇੱਧਰ ਵੀ ਨਾਹ ਦੇ ਵਿੱਚ ਸਿਰ ਹਿਲਾਇਆ। ਭਾਈ ਸਤੀ ਦਾਸ ਜੀ ਨੂੰ ਰੂਹ ਦੇ ਵਿੱਚ ਲਪੇਟ ਕੇ ਉਹਨੂੰ ਸਾੜ ਦਿੱਤਾ ਗਿਆ। ਔਰ ਤੀਸਰੀ ਵਾਰੀ ਆਈ ਭਾਈ ਦਿਆਲਾ ਜੀ ਦੀ। ਭਾਈ ਦਿਆਲਾ ਜੀ ਨੂੰ ਦੇਗ ਦੇ ਵਿੱਚ ਉਬਲਦੇ ਹੋਏ ਪਾਣੀ ਦੇ ਵਿੱਚ ਉਬਾਲ ਕੇ ਸ਼ਹੀਦ ਕਰ ਦਿੱਤਾ ਗਿਆ। ਹੁਣ ਸ਼ਾਮ ਦਾ ਸਮਾਂ ਪੈ ਗਿਆ ਸੀ। ਲੋਕ ਵੇਖ ਰਹੇ ਸਨ, ਹਨੇਰਾ ਹੋ ਰਿਹਾ ਸੀ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੀਆਂ ਅੱਖਾਂ ਦੇ ਸਾਹਮਣੇ ਤਿੰਨਾਂ ਸਿੱਖਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਔਰ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਦੁਬਾਰਾ ਫੇਰ ਉਸੇ ਹਵੇਲੀ ਦੇ ਵਿੱਚ ਕੈਦ ਕਰ ਦਿੱਤਾ ਗਿਆ। ਔਰ ਸਤਿਗੁਰੂ ਜੀ ਸਾਰੀ ਰਾਤ ਉਹਨਾਂ ਗੁਰਸਿੱਖਾਂ ਦਾ ਚਿਹਰਾ ਸਾਹਮਣੇ ਆ ਰਿਹਾ ਸੀ। ਉਹਨਾਂ ਗੁਰਸਿੱਖ ਜਿਹੜੇ ਸਤਿਗੁਰਾਂ ਦੇ ਜਾਣ ਤੋਂ ਵੀ ਪਿਆਰੇ ਸਨ, ਆਰੇ ਨਾਲ ਚੀਰਿਆ ਗਿਆ, ਦੇਗ ਦੇ ਵਿੱਚ ਉਬਾਲੇ ਖਾਧੇ,
रूह ਦੇ ਵਿੱਚ ਲਪੇਟ ਕੇ ਸਾੜ ਦਿੱਤਾ। ਸਾਰਾ ਦ੍ਰਿਸ਼ ਸਤਿਗੁਰਾਂ ਦੇ ਸਾਹਮਣੇ ਸਾਰੀ ਰਾਤ ਉਹ ਚੱਲਦਾ ਰਿਹਾ। ਅੱਜ ਫੇਰ ਦਿਨ ਚੜ੍ਹਿਆ ਹੈ, 11 ਨਵੰਬਰ ਦਾ ਦਿਨ ਚੜ੍ਹਿਆ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਫੇਰ ਚਾਂਦਨੀ ਚੌਂਕ ਦੇ ਵਿੱਚ ਲਿਆਂਦਾ ਗਿਆ ਔਰ ਚਾਂਦਨੀ ਚੌਂਕ ਦੇ ਵਿੱਚ ਲਿਆ ਕੇ ਸਤਿਗੁਰਾਂ ਨੂੰ ਸ਼ਹੀਦ ਅੱਜ ਕਰ ਦੇਣਾ ਸੀ। ਇਲਾਕੇ ਦੇ ਵਿੱਚ, ਦਿੱਲੀ ਦੇ ਵਿੱਚ ਬੁਨਿਆਦੀ ਫੇਰੀ ਗਈ ਕਿ 11 ਨਵੰਬਰ ਨੂੰ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਇਸ ਚਾਂਦਨੀ ਚੌਂਕ ਦੇ ਵਿੱਚ ਸ਼ਹੀਦ ਕੀਤਾ ਜਾਣਾ ਹੈ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਜਿਹੜੇ ਸਨ ਚਾਂਦਨੀ ਚੌਂਕ ਦੇ ਵਿੱਚ ਇਹ ਦੇਖਣ ਵਾਸਤੇ ਪਹੁੰਚੇ ਨੇ। ਔਰ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਪਿੰਜਰੇ ਚੋਂ ਕੱਢ ਕੇ ਇਤਿਹਾਸ ਲਿਖਦਾ ਹੈ ਕਿ ਚਾਂਦਨੀ ਚੌਂਕ ਦੇ ਵਿੱਚ ਉਹਨਾਂ ਦਿਨਾਂ ਦੇ ਵਿੱਚ ਇੱਕ ਬੋਹੜ ਦਾ ਦਰਖਤ ਹੋਇਆ ਕਰਦਾ ਸੀ। ਉਸ ਦਰਖਤ ਦੇ ਨਾਲ ਬਿਠਾਇਆ ਗਿਆ ਔਰ ਸਤਿਗੁਰਾਂ ਦੇ ਸਾਹਮਣੇ ਕਾਜ਼ੀ ਆਇਆ ਅਬਦੁਲ ਵਹਾਬ ਔਰ ਆ ਕੇ ਕਹਿਣ ਲੱਗਾ, ਐ ਤੇਗ ਬਹਾਦਰ, ਸ਼ਾਇਦ ਤੈਨੂੰ ਪਤਾ ਨਹੀਂ ਹੈ, ਮੈਂ ਖਾਨਦਾਨੀ ਕਾਜ਼ੀ ਹਾਂ। ਮੇਰਾ ਬਾਪ ਵੀ ਕਾਜ਼ੀ ਸੀ, ਮੇਰਾ ਦਾਦਾ ਵੀ ਕਾਜ਼ੀ ਸੀ, ਹੁਣ ਮੈਂ ਵੀ ਕਾਜ਼ੀ ਹਾਂ। ਔਰ ਅੱਗੇ ਹੋਇਆ ਜਲਾਦ ਜਲਾਲੂਦੀਨ, ਕਹਿਣ ਲੱਗਾ ਸ਼ਾਇਦ ਤੁਹਾਨੂੰ ਭੁਲੇਖਾ ਹੋਵੇ, ਅਸੀਂ ਵੀ ਖਾਨਦਾਨੀ ਜਲਾਦ ਹਾਂ। ਮੇਰਾ ਬਾਪ ਵੀ ਜਲਾਦ ਸੀ, ਮੇਰਾ ਦਾਦਾ ਵੀ ਜਲਾਦ ਸੀ, ਹੁਣ ਮੈਂ ਵੀ ਜਲਾਦ ਹਾਂ। ਦਰੋਗਾ ਅਬਦੁੱਲਾ ਸਾਹਮਣੇ ਹੋਇਆ, ਕਹਿਣ ਲੱਗਾ ਮੈਂ ਪਿੱਛੇ ਨਹੀਂ ਹਾਂ, ਮੈਂ ਵੀ ਤੈਨੂੰ ਦੱਸ ਦੇਵਾਂ, ਔਰ ਮੈਂ ਵੀ ਖਾਨਦਾਨੀ ਦਰੋਗਾ ਹਾਂ। ਮੇਰਾ ਦਾਦਾ ਵੀ ਦਰੋਗਾ ਸੀ, ਮੇਰਾ ਬਾਪ ਵੀ ਦਰੋਗਾ ਸੀ, ਮੈਂ ਵੀ ਦਰੋਗਾ ਹਾਂ। ਅਬਦੁੱਲੇ ਨੇ ਇਉਂ ਸਤਿਗੁਰਾਂ ਦੇ ਸਾਹਮਣੇ ਰੱਖਿਆ, ਆਪਣੀ ਗੱਲ ਰੱਖੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਮੁਸਕਰਾਏ, ਕਹਿਣ ਲੱਗੇ ਰੱਬ ਨੇ ਬੜਾ ਸਬੱਬ ਜੋੜਿਆ ਹੈ, ਤੂੰ ਖਾਨਦਾਨੀ ਕਾਜ਼ੀ ਹੈ, ਤੂੰ ਖਾਨਦਾਨੀ ਜਲਾਦ ਹੈ, ਤੂੰ ਖਾਨਦਾਨੀ ਦਰੋਗਾ ਹੈ, ਪਰ ਰੱਬ ਨੇ ਸਬੱਬ ਬੜਾ ਜੋੜਿਆ ਹੈ। ਮੈਂ ਖਾਨਦਾਨੀ ਸ਼ਹੀਦ ਹਾਂ, ਮੇਰਾ ਦਾਦਾ ਵੀ ਸ਼ਹੀਦ ਸੀ, ਅੱਜ ਮੈਂ ਵੀ ਸ਼ਹੀਦ ਹੋਣ ਲੱਗਿਆ ਹਾਂ। ਔਰ ਆਉਣ ਵਾਲੇ ਸਮੇਂ ਦੇ ਵਿੱਚ ਮੇਰੇ ਪਰਿਵਾਰ ਦੇ ਉੱਤੇ ਵੀ ਸ਼ਹੀਦੀਆਂ ਜਿਹੜੀਆਂ ਨੇ ਉਹ ਪੈਂਦੀਆਂ ਰਹਿਣੀਆਂ ਨੇ। ਇੱਥੇ ਆ ਕੇ ਫਰਕ ਪੈ ਜਾਣਾ ਹੈ। ਤੁਹਾਡੀਆਂ ਖਾਨਦਾਨੀਆਂ ਦੇ ਵਿੱਚੋਂ ਕਾਜ਼ੀਆਂ ਦੇ ਰੁਤਬੇ ਖਤਮ ਹੋ ਸਕਦੇ ਨੇ, ਜਲਾਦਾਂ ਦੀ ਪਦਵੀ ਖੋਈ ਜਾ ਸਕਦੀ ਹੈ, ਦਰੋਗਿਆਂ ਦੇ ਅਹੁਦੇ ਜਿਹੜੇ ਨੇ ਉਹ ਖੋਏ ਜਾ ਸਕਦੇ ਨੇ। ਮੇਰੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਵਿੱਚ ਕਦੇ ਵੀ ਕੁਰਬਾਨੀਆਂ ਦਾ ਸਿਲਸਿਲਾ ਕਦੇ ਖਤਮ ਨਹੀਂ ਹੋਵੇਗਾ। ਅੱਗੇ ਪੇਸ਼ਕਸ਼ ਰੱਖੀ ਗਈ ਸਤਿਗੁਰਾਂ ਦੇ। ਕਾਜ਼ੀ ਅਬਦੁਲ ਵਹਾਬ ਕਹਿਣ ਲੱਗਾ, ਐ ਤੇਗ ਬਹਾਦਰ, ਬਹੁਤ ਵਿਚਾਰਾਂ ਹੋ ਗਈਆਂ, ਬਹੁਤ ਗੱਲਾਂ ਹੋ ਗਈਆਂ, ਮੁੱਦੇ ਦੀ ਗੱਲ ਤੇ ਆਈਏ। ਹੁਣ ਤੁਹਾਡੇ ਸਾਹਮਣੇ ਇਹ ਸਾਡਾ ਸਵਾਲ ਹੈ, ਜਾਂ ਕਰਾਮਾਤ ਵਿਖਾਓ, ਔਰ ਜੇ ਕਰਾਮਾਤ ਨਹੀਂ ਵਿਖਾਉਣੀ ਤਾਂ ਤੁਸੀਂ ਇਸਲਾਮ ਧਰਮ ਨੂੰ ਕਬੂਲ ਕਰੋ। ਅਗਰ ਇਸਲਾਮ ਧਰਮ ਨੂੰ ਕਬੂਲ ਨਹੀਂ ਕਰੋਗੇ ਤੇ ਤੁਹਾਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਏਗਾ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਨਾ ਅਸੀਂ ਕਰਾਮਾਤ ਵਿਖਾਉਣੀ ਹੈ, ਕਰਾਮਾਤ ਵਿਖਾਇਆ ਮਨੁੱਖ ਆਤਮਿਕ ਮੌਤੇ ਮਰ ਜਾਂਦਾ ਹੈ। ਔਰ ਇਸਲਾਮ ਕਬੂਲ, ਦੀਨ ਛੱਡ ਦੇਵੇ, ਆਪਣਾ ਧਰਮ ਛੱਡ ਦੇਵੇ, ਇਸਲਾਮ ਕਬੂਲ ਕਰਿਆ, ਆਤਮਿਕ ਮੌਤ ਹੋ ਜਾਂਦੀ ਹੈ। ਔਰ ਜ਼ਮੀਰ ਜਿਨ੍ਹਾਂ ਦੀ ਮਰ ਜਾਂਦੀ ਹੈ ਉਹ ਆਤਮਿਕ ਮੌਤੇ ਮਰ ਜਾਇਆ ਕਰਦੇ ਨੇ। ਅਸੀਂ ਤੀਸਰਾ ਤੁਹਾਡਾ ਪੁਆਇੰਟ ਹੈ, ਉਹਦੇ ਤੇ ਅਸੀਂ ਕਾਇਮ ਹਾਂ। ਅਸੀਂ ਮੌਤ ਨੂੰ ਗੱਲ ਨਾਲ ਲਾਵਾਂਗੇ, ਅਸੀਂ ਮੌਤ ਮਰਨ ਵਾਸਤੇ ਆਏ ਹਾਂ। ਉਸ ਵੇਲੇ ਫਿਰ ਜਲਾਦ ਜਲਾਲੂਦੀਨ ਜਿਹੜਾ ਸੀ, ਹੱਥ ਦੇ ਵਿੱਚ ਤਲਵਾਰ ਲੈ ਕੇ ਸਤਿਗੁਰਾਂ ਦੇ ਕੋਲ ਆਇਆ
ਹੁਣ ਸ਼ਾਮ ਢਲ ਚੁੱਕੀ ਸੀ, ਰਾਤ ਹੋਣ ਕਿਨਾਰੇ ਸੀ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਹਜ਼ੂਮ ਜਿਹੜਾ ਸੀ ਚਾਂਦਨੀ ਚੌਂਕ ਦੇ ਦੁਆਲੇ ਇਹ ਵੇਖ ਰਿਹਾ ਸੀ ਕਿ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਸ਼ਹੀਦ ਕਿਵੇਂ ਕੀਤਾ ਜਾਣਾ। ਉਸ ਭੀੜ ਦੇ ਵਿੱਚ ਖੜਾ ਸੀ ਭਾਈ ਜੈਤਾ ਜੀ, ਔਰ ਜਿਹੜਾ ਇਸ ਝਾਕ ਦੇ ਵਿੱਚ ਸੀ ਕਿ ਕਦੋਂ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸ਼ਹੀਦੀ ਹੋਵੇਗੀ, ਉਹਨਾਂ ਦੇ ਪਵਿੱਤਰ ਸੀਸ ਨੂੰ ਮੈਂ ਲੈ ਕੇ ਅਨੰਦਪੁਰ ਸਾਹਿਬ ਪਹੁੰਚਾਂਗਾ। ਮਨ ਹੀ ਮਨ ਦੇ ਵਿੱਚ ਅਰਦਾਸਾਂ ਕਰ ਰਿਹਾ ਸੀ, ਕਿੱਡਾ ਵੱਡਾ ਜਿਗਰਾ ਹੋਵੇਗਾ ਉਸ ਗੁਰਸਿੱਖ ਦਾ ਜਿਹੜਾ ਭੀੜ ਦੇ ਵਿੱਚ ਤਾਂ ਖੜਾ ਹੋਇਆ ਅਰਦਾਸਾਂ ਕਰ ਰਿਹਾ ਸੀ, ਹੈ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਮੈਨੂੰ ਇਹ ਹਦਾਇਤ ਬਖਸ਼ੀ, ਮੈਨੂੰ ਇਹ ਤਾਕਤ ਬਖਸ਼ੀ, ਮੈਨੂੰ ਇਹ ਸਬਰ ਸੰਤੋਖ ਬਖਸ਼ੀ ਸੱਚੇ ਪਾਤਸ਼ਾਹ, ਮੈਨੂੰ ਇਹ ਹੌਸਲਾ ਬਖਸ਼ੀ, ਜਦੋਂ ਤੇਰੇ ਸੀਸ ਨੂੰ ਧੜ ਦੇ ਨਾਲੋਂ ਅਲੱਗ ਕੀਤਾ ਜਾਵੇ ਮੇਰੇ ਅੱਖਾਂ ਦੇ ਵਿੱਚ ਅਥਰੂ ਨਾ ਆਣ, ਮੈਂ ਆਪਣੇ ਮਕਸਦ ਦੇ ਵਿੱਚ ਕਾਮਯਾਬ ਹੋਵਾਂ ਸੱਚੇ ਪਾਤਸ਼ਾਹ ਇਹ ਤਾਕਤ ਮੈਨੂੰ ਬਖਸ਼ੀ। ਮਨ ਹੀ ਮਨ ਦੇ ਵਿੱਚ ਅਰਦਾਸਾਂ ਕਰ ਰਿਹਾ ਸੀ। ਇਧਰ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਇਹਨਾਂ ਨੂੰ ਪੁੱਛਿਆ ਗਿਆ ਜਲਾਦ ਦੇ ਵੱਲੋਂ, ਕਾਜੀ ਦੇ ਵੱਲੋਂ ਤੁਹਾਡੀ ਕੋਈ ਆਖਰੀ ਇੱਛਾ? ਸਤਿਗੁਰੂ ਜੀ ਕਹਿਣ ਲੱਗੇ ਆਖਰੀ ਇੱਛਾ ਹੋਰ ਕੋਈ ਨਹੀਂ, ਸਾਨੂੰ ਇਸ਼ਨਾਨ ਕਰਾਇਆ ਜਾਵੇ। ਇਸ਼ਨਾਨ ਕਰਾਇਆ ਗਿਆ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਚਾਂਦਨੀ ਚੌਂਕ ਦੇ ਵਿੱਚ ਬਿਠਾਇਆ ਗਿਆ। ਜਲਾਦ ਜਲਾਲੂਦੀਨ ਹੱਥ ਦੇ ਵਿੱਚ ਤਲਵਾਰ ਲੈ ਕੇ ਸਤਿਗੁਰਾਂ ਦੇ ਕੋਲ ਪਹੁੰਚਿਆ, ਔਰ ਸਤਿਗੁਰਾਂ ਦੇ ਕੋਲ ਪਹੁੰਚ ਕੇ ਅਜੇ ਵੀ ਕਾਜੀ ਨੇ ਆਵਾਜ਼ ਦਿੱਤੀ, ਐ ਤੇਗ ਬਹਾਦਰ ਅਜੇ ਤੇਰੇ ਕੋਲ ਸਮਾਂ ਹੈ, ਆਪਣੇ ਜੀਵਨ ਨੂੰ ਬਚਾ ਲਵੋ। ਸਤਿਗੁਰਾਂ ਨੇ ਨਾਹ ਦੇ ਵਿੱਚ ਸੀਸ ਹਿਲਾਇਆ। ਜਲਾਦ ਜਲਾਲੂਦੀਨ ਨੇ ਦੋਵਾਂ ਹੱਥਾਂ ਦੇ ਨਾਲ ਤਲਵਾਰ ਦਾ ਵਾਰ ਚਲਾਇਆ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸੀਸ ਜਿਹੜਾ ਸੀ ਧੜ ਦੇ ਨਾਲੋਂ ਅਲੱਗ ਹੋ ਗਿਆ। ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਵੇਖ ਰਹੇ ਸਨ। ਕਈਆਂ ਦੇ ਹੌਸਲੇ ਟੁੱਟ ਗਏ, ਕਈਆਂ ਨੇ ਆਪਣੀਆਂ ਅੱਖਾਂ ਦੇ ਵਿੱਚ ਅਥਰੂਆਂ ਨੂੰ ਦਬੋਚ ਲਿਆ ਸੀ, ਔਰ ਇਹ ਦ੍ਰਿਸ਼ ਵੇਖਿਆ। ਇਤਿਹਾਸ ਲਿਖਦਾ ਕਿ ਉਸ ਵੇਲੇ ਸ਼ਾਮ ਦੇ ਸਮੇਂ ਬੜੀ ਝੱਖਰ ਹਨੇਰੀ ਜਿਹੜੀ ਸੀ ਉਹ ਝੁੱਲੀ, ਬੜੀ ਤੇਜ਼ ਰਫ਼ਤਾਰ ਦੇ ਵਿੱਚ ਹਨੇਰੀ ਆਈ। ਲੋਕ ਘਰੋਂ ਘਰੀ ਦੌੜ ਗਏ। ਇਧਰ ਸਤਿਗੁਰਾਂ ਦਾ ਪਵਿੱਤਰ ਧੜ ਜਿਹੜਾ ਸੀ ਔਰ ਸੀਸ ਜਿਹੜਾ ਸੀ ਚਾਂਦਨੀ ਚੌਂਕ ਦੇ ਵਿੱਚ ਪਿਆ ਹੋਇਆ ਸੀ। ਸਮੇਂ ਦੀ ਤਾੜ ਦੇ ਵਿੱਚ ਖੜਾ ਭਾਈ ਜੈਤਾ ਜੀ, ਜੋ ਆਪਣੇ ਨਾਲ ਕੁਝ ਕੱਪੜੇ ਲੈ ਕੇ ਆਇਆ ਸੀ, ਉਹਦੇ ਵਿੱਚ ਲਪੇਟ ਕੇ ਭੱਜ ਕੇ ਦੌੜ ਕੇ ਲਪੇਟ ਕੇ ਸਤਿਗੁਰਾਂ ਦੇ ਪਵਿੱਤਰ ਸੀਸ ਨੂੰ ਇਸ ਗੁਰਸਿੱਖ ਨੇ ਅਨੰਦਪੁਰ ਸਾਹਿਬ ਵੱਲੇ ਚਾਲੇ ਪਾ ਦਿੱਤੇ। ਸਤਿਗੁਰਾਂ ਦਾ ਪਵਿੱਤਰ ਧੜ ਭਾਈ ਲੱਖੀ ਸ਼ਾਹ ਵਣਜਾਰਾ ਜਿਹੜਾ ਇਸ ਸਮੇਂ ਦੀ ਭਾਲ ਦੇ ਵਿੱਚ ਸੀ, ਆਪਣੇ ਗੱਡਿਆਂ ਦੇ ਉੱਤੇ ਲੱਦ ਕੇ ਆਪਣੇ ਘਰ ਦੇ ਵਿੱਚ ਲਿਜਾ ਕੇ ਸਤਿਗੁਰਾਂ ਦੇ ਪਵਿੱਤਰ ਧੜ ਦਾ ਅੰਤਮ ਸੰਸਕਾਰ ਜਿਹੜਾ ਸੀ ਭਾਈ ਲੱਖੀ ਸ਼ਾਹ ਵਣਜਾਰਾ ਜੀ ਨੇ ਕੀਤਾ। ਆਪਣੇ ਘਰ ਨੂੰ ਅੱਗ ਲਗਾ ਕੇ ਸਤਿਗੁਰਾਂ ਦੇ ਧੜ ਦਾ ਸੰਸਕਾਰ ਜਿਹੜਾ ਸੀ ਕੀਤਾ। ਭਾਈ ਜੈਤਾ ਜੀ ਸਤਿਗੁਰਾਂ ਦੇ ਪਵਿੱਤਰ ਸੀਸ ਨੂੰ ਲੈ ਕੇ ਅਨੰਦਪੁਰ ਸਾਹਿਬ ਵੱਲੇ